जी आए नूं प्यारे विद्यार्थियों 8वीं जमात दी गणित दी किताब दा पाठ 9वां खेतर मिति अभ्यास नंबर 9.3 ते इस अभ्यास दे अगले दो सवाल तीजा ते चौथा ਅਸੀਂ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ, ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਦੋਨੋਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਇਸੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀਓ ਤੁਹਾਡੀ 8ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਹਨ, ਤੁਸੀਂ ਉਹ ਵੀ ਜ਼ਰੂਰ ਦੇਖੋ। ਇੱਕ ਹੈਗੀ ਹੈ 8th ਮੈਥ ਨੋਟਸ, ਫਿਰ ਇੱਕ ਹੈਗੀ ਹੈ 8th ਸਾਇੰਸ, ਫਿਰ 8th ਇੰਗਲਿਸ਼, 8th ਗ੍ਰਾਮਰ, ਇੱਕ ਪਲੇਲਿਸਟ ਹੈਗੀ ਹੈ ਗਣਿਤ ਦੇ ਸਿਧਾਂਤ ਤੇ ਇੱਕ ਪਲੇਲਿਸਟ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖੀਏ ਬੱਚੋ, ਤੀਜਾ ਸਵਾਲ ਕੀ ਕਹਿੰਦਾ ਹੈ। ਕਹਿੰਦੇ ਚਿੱਤਰ 9.29 ਵਿੱਚ ਦਿਖਾਏ ਅਨੁਸਾਰ 6 ਭੁਜ ਦਾ ਮਤਲਬ ਹੈ 6 ਭੁਜਾਵਾਂ ਵਾਲਾ 1 2 3 4 5 ਤੇ 6 ਤੇ 6ਵਾਂ ਭੁਜਾਵਾਂ ਬੱਚੋ ਬਰਾਬਰ ਹੈਗੀਆਂ AB ਬਰਾਬਰ BC ਬਰਾਬਰ CD ਬਰਾਬਰ DE ਬਰਾਬਰ EF ਬਰਾਬਰ FA। ਸੋ ਇੱਕ ਕਿਸਮ ਦਾ ਸਮ 6 ਭੁਜ ਹੈਗਾ, ਬਰਾਬਰ ਭੁਜਾਵਾਂ ਵਾਲਾ 6 ਭੁਜ, ਠੀਕ ਹੈ। ਦਾ ਖੇਤਰਫਲ ਦੋ ਵੱਖ-ਵੱਖ ਤਰੀਕਿਆਂ ਨਾਲ ਪਤਾ ਕਰੋ ਜਿਸ ਵਿੱਚ ਇਹ ਜਿਹੜੀਆਂ ਭੁਜਾਵਾਂ ਬਰਾਬਰ ਨੇ, ਠੀਕ ਹੈ। ਸੋ ਬੱਚਿਓ ਇਹ ਦੇਖੋ, ਪਹਿਲੀ ਵਿਧੀ ਇਸ ਤਰ੍ਹਾਂ ਹੈ। ਇਸ ਵਿਧੀ ਨਾਲ 6 ਭੁਜ ਨੂੰ ਦੋ ਸਰਬੰਗ ਸਮ ਤ੍ਰਿਭੁਜਾਂ ਅਤੇ ਇੱਕ ਆਇਤ ਵਿੱਚ ਵੰਡਿਆ ਜਾ ਸਕਦਾ ਹੈ। ਸਰਬੰਗ ਸਮ ਦਾ ਮਤਲਬ ਹੁੰਦਾ ਹੈ ਸਰਬੰਗ ਸਮ ਤ੍ਰਿਭੁਜ ਜਿਨ੍ਹਾਂ ਦਾ ਆਕਾਰ ਤੇ ਜਿਨ੍ਹਾਂ ਦਾ ਮਾਪ ਇੱਕੋ ਜਿਹਾ ਹੈ, ਤੇ ਸਰਬੰਗ ਸਮ ਆਕ੍ਰਿਤੀਆਂ ਦਾ ਬੱਚੋ ਖੇਤਰਫਲ ਬਰਾਬਰ ਹੁੰਦਾ ਹੈ, ਹਮੇਸ਼ਾ ਯਾਦ ਰੱਖਣਾ, ਠੀਕ ਹੈ। ਸੋ ਬੱਚੋ ਕਿੱਦਾਂ ਆਏਗਾ, ਅਸੀਂ ਕਿੱਦਾਂ ਪਹਿਲੀ ਵਿਧੀ 'ਚ ਅਸੀਂ ਇਹਨੂੰ ਇਸ ਸ਼ਿਖਰ ਨੂੰ ਇਸ ਸ਼ਿਖਰ ਨਾਲ ਜੋੜਾਂਗੇ ਤੇ ਇਸ ਸ਼ਿਖਰ ਨੂੰ ਇਸ ਸ਼ਿਖਰ ਨਾਲ ਜੋੜਾਂਗੇ। ਹੁਣ ਬੱਚੋ ਇੱਕ ਇਹ ਬਣ ਗਿਆ, ਇਹ ਤ੍ਰਿਭੁਜ ਬਣ ਗਿਆ, ਇੱਕ ਇਹ ਤ੍ਰਿਭੁਜ ਬਣ ਗਿਆ, ਇਹ ਇੱਕ ਆਇਤ ਬਣ ਗਿਆ, ਠੀਕ ਹੈ, ਜਿਹਦੀ ਲੰਬਾਈ ਹੈਗੀ 10 ਸੈਂਟੀਮੀਟਰ ਤੇ ਚੌੜਾਈ ਹੈਗੀ ਜਿਹੜੀ 6 ਭੁਜ ਦੀ ਭੁਜਾ ਹੈਗੀ ਹੈ 6 ਸੈਂਟੀਮੀਟਰ, ਠੀਕ ਹੈ। ਤੇ ਬੱਚਿਓ ਇੱਕ ਤ੍ਰਿਭੁਜ ਵਾਲਾ ਬਣ ਗਿਆ ਸਾਡਾ। ਹੁਣ ਬੱਚਿਓ ਇਹ ਵਾਲਾ ਤ੍ਰਿਭੁਜ ਤੇ ਇਹ ਵਾਲਾ ਤ੍ਰਿਭੁਜ, ਇਹ ਦੋਨੋਂ ਕੀ ਨੇ, ਸਰਬੰਗ ਸਮ, ਕਿਉਂਕਿ ਇਹ ਭੁਜਾ ਵੀ 6 ਸੈਂਟੀਮੀਟਰ, ਇਹ ਵੀ 6 ਸੈਂਟੀਮੀਟਰ, ਇਹ ਵੀ 6 ਸੈਂਟੀਮੀਟਰ, ਇਹ ਵੀ 6 ਸੈਂਟੀਮੀਟਰ, ਇਹ ਭੁਜਾ 10 ਸੈਂਟੀਮੀਟਰ, ਇਹ ਭੁਜਾ ਵੀ 10 ਸੈਂਟੀਮੀਟਰ। ਸੋ ਭੁਜਾ 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 ਸਾਈਡ 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 ਦੀ ਸਰਬੰਗ ਸਮਤਾ ਦੇ ਨਿਯਮ ਦੇ ਹਿਸਾਬ ਨਾਲ ਇਹ ਦੋਨੋਂ ਬੱਚਿਓ ਤ੍ਰਿਭੁਜ ਜਿਹੜੇ ਨੇ ਇਹ ਸਰਬੰਗ ਸਮ ਹਨ ਤੇ ਦੋਨਾਂ ਦਾ ਖੇਤਰਫਲ ਬਰਾਬਰ ਹੋਏਗਾ। ਸੋ ਸਾਨੂੰ ਦੋਨਾਂ ਦਾ ਖੇਤਰਫਲ ਵੱਖਰਾ ਵੱਖਰਾ ਕੱਢਣ ਦੀ ਲੋੜ ਨਹੀਂ, ਅਸੀਂ ਇੱਕ ਦਾ ਖੇਤਰਫਲ ਕੱਢਾਂਗੇ ਤੇ ਉਹਨੂੰ ਦੋ ਨਾਲ ਗੁਣਾ ਕਰ ਦਾਂਗੇ ਤੇ ਸਾਡੇ ਕੋਲ ਦੋਨੋਂ ਤ੍ਰਿਭੁਜਾਂ ਦਾ ਖੇਤਰਫਲ ਆ ਜਾਏਗਾ, ਠੀਕ ਹੈ। ਆਓ ਦੇਖੀਏ ਹੁਣ ਕਿੱਦਾਂ। ਤ੍ਰਿਭੁਜ ਦੇ ਵਿੱਚ ਆਧਾਰ ਬਰਾਬਰ 10 ਸੈਂਟੀਮੀਟਰ, ਇਹ ਦੇਖੋ ਇਹ 10 ਸੈਂਟੀਮੀਟਰ ਹੈਗਾ, ਠੀਕ ਹੈ। ਹੁਣ ਉਚਾਈ ਕੱਢਣ ਲੱਗੇ ਥੋੜੀ ਜਿਹੀ ਬੱਚਿਓ ਧਿਆਨ ਦੇਣਾ ਹੈ। ਇਹ ਦੇਖੋ ਇੱਥੋਂ ਦੀ ਲੈ ਕੇ ਇੱਥੇ ਤੱਕ, ਇਹ ਸਿਰੇ ਤੱਕ ਕਿੰਨੀ ਹੈਗੀ ਹੈ ਉਚਾਈ, ਹੈਗੀ 14, ਤੇ ਸਾਨੂੰ ਤੇ ਇਹ ਵਾਲੀ ਉਚਾਈ ਚਾਹੀਦੀ ਹੈ, ਇਹ ਉਚਾਈ ਹੈ ਨਾ ਤ੍ਰਿਭੁਜ ਦੀ। ਹੁਣ ਬੱਚਿਓ ਇਹ ਪੂਰੇ ਦੇ ਵਿੱਚੋਂ ਜੇ ਮੈਂ ਇਹ ਕੱਢ ਦਵਾਂ 6 ਸੈਂਟੀਮੀਟਰ ਤੇ ਫਿਰ ਮੇਰੇ ਕੋਲ ਇਹ ਵਾਲੀ ਉਚਾਈ ਆ ਜਾਏਗੀ ਤੇ ਜਮਾ ਇਹ ਵਾਲੀ ਉਚਾਈ ਆ ਜਾਏਗੀ, ਦੋ ਉਚਾਈਆਂ ਆ ਜਾਣਗੀਆਂ। ਤੇ ਮੈਨੂੰ ਦੋ ਉਚਾਈਆਂ ਥੋੜੀ ਚਾਹੀਦੀਆਂ, ਇੱਕ ਉਚਾਈ ਚਾਹੀਦੀ ਹੈ, ਤੇ ਦੋਨੋਂ ਉਚਾਈਆਂ ਬਰਾਬਰ ਹੋਣਗੀਆਂ ਕਿਉਂਕਿ ਤ੍ਰਿਭੁਜ ਸਰਬੰਗ ਸਮ ਹਨ, ਤੇ ਇਸ ਕਰਕੇ ਫਿਰ ਮੈਂ ਉਸ ਉਚਾਈ ਨੂੰ ਦੋ ਨਾਲ ਭਾਗ ਕਰ ਦਾਂਗਾ ਤੇ ਮੇਰੇ ਕੋਲ ਇੱਕ ਤ੍ਰਿਭੁਜ ਦੀ ਉਚਾਈ ਆ ਜਾਏਗੀ। ਸੋ 14 ਘਟਾ 6 ਮਤਲਬ ਕਿ ਇਹ 14 ਇੱਥੋਂ ਦੀ ਲੈ ਕੇ ਇੱਥੇ ਤੱਕ 14, ਇਹ ਚੋਂ 6 ਘਟਾਇਆ ਇਹ ਵਾਲਾ ਤੇ ਇਹ ਦੋ ਆ ਗਏ ਸਾਡੇ ਕੋਲ, ਇਹ ਦੋ ਆ ਗਏ ਤ੍ਰਿਭੁਜ ਦੀਆਂ ਉਚਾਈਆਂ, ਤੇ ਬਟਾ 2 ਤੇ 4 ਸੈਂਟੀਮੀਟਰ। 14 ਚੋਂ 6 ਗਿਆ 8, 8 ਬਟਾ 2 4। ਸੋ ਇਹਦਾ ਇੱਕ ਤ੍ਰਿਭੁਜ ਦੀ ਉਚਾਈ ਜਿਹੜੀ ਹੈ ਇਹ 4 ਸੈਂਟੀਮੀਟਰ ਸਾਡੇ ਕੋਲ ਆ ਗਈ। ਹੁਣ ਦੋਵੇਂ ਤ੍ਰਿਭੁਜਾਂ ਦਾ ਖੇਤਰਫਲ ਕੀ ਹੋਏਗਾ ਬੱਚੋ, 2, ਕਿਉਂਕਿ ਦੋ ਤ੍ਰਿਭੁਜ ਨੇ, ਦੋ ਨਾਲ ਗੁਣਾ ਕਰਾਂਗੇ, ਗੁਣਾ, ਤੇ ਤ੍ਰਿਭੁਜ ਦਾ ਖੇਤਰਫਲ ਕੀ ਹੁੰਦਾ, 1 ਬਟਾ 2 ਗੁਣਾ ਆਧਾਰ ਗੁਣਾ ਉਚਾਈ। ਸੋ 2 ਨਾਲ 2 ਤੇ ਇੱਥੇ ਕੱਟ ਹੀ ਗਿਆ, ਤੇ ਆਧਾਰ ਹੈਗਾ 10, ਉਚਾਈ ਹੈਗੀ 4, ਸੋ 10 ਗੁਣਾ 4 40 ਸੈਂਟੀਮੀਟਰ ਵਰਗ। ਇਹ ਦੋ ਤ੍ਰਿਭੁਜਾਂ ਦਾ ਸਾਡੇ ਕੋਲ ਆ ਗਿਆ ਖੇਤਰਫਲ। ਹੁਣ ਅਸੀਂ ਆਇਤ ਦਾ ਖੇਤਰਫਲ ਕੱਢਾਂਗੇ। ਹੁਣ ਆਇਤ ਦੀ ਲੰਬਾਈ 10 ਸੈਂਟੀਮੀਟਰ, ਇਹ ਦੇਖੋ 10 ਸੈਂਟੀਮੀਟਰ ਹੈਗੀ ਹੈ, ਦਿੱਤੀ ਹੋਈ ਹੈ ਬੜੀ 10 ਸੈਂਟੀਮੀਟਰ, ਠੀਕ ਹੈ। ਆਇਤ ਦੀ ਚੌੜਾਈ 6 ਸੈਂਟੀਮੀਟਰ, ਉਹ ਤੇ ਉਹੀ ਹੈ ਜੋ ਕਿ 6 ਭੁਜ ਦੀ ਭੁਜਾ ਹੈਗੀ ਹੈ, ਹਨਾ। ਸੋ ਆਇਤ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ ਹੁੰਦਾ ਹੈ, ਸੋ ਬਰਾਬਰ 10 ਗੁਣਾ 6 ਬਰਾਬਰ 60 ਸੈਂਟੀਮੀਟਰ ਵਰਗ। ਸੋ ਸਾਡੇ ਕੋਲ ਆਇਤ ਦੀ ਖੇਤਰਫਲ ਵੀ ਆ ਗਿਆ ਤੇ ਦੋਨੋਂ ਤ੍ਰਿਭੁਜਾਂ ਦਾ ਖੇਤਰਫਲ ਵੀ ਆ ਗਿਆ। ਸੋ 6 ਭੁਜ ਦਾ ਖੇਤਰਫਲ ਬਰਾਬਰ ਖੇਤਰਫਲ ਦੋਵੇਂ ਤ੍ਰਿਭੁਜ ਜਮਾ ਖੇਤਰਫਲ ਆਇਤ। ਸੋ ਦੋਵੇਂ ਤ੍ਰਿਭੁਜਾਂ ਦਾ ਖੇਤਰਫਲ ਅਸੀਂ ਕਿੰਨਾ ਕੱਢਿਆ, 40 ਤੇ ਜਮਾ 60। ਸੋ 100 ਸੈਂਟੀਮੀਟਰ ਵਰਗ ਇਹ ਪੂਰੇ 6 ਭੁਜ ਦਾ ਸਾਡੇ ਕੋਲ ਆ ਗਿਆ ਖੇਤਰਫਲ। ਇਹ ਸੀ ਪਹਿਲੀ ਵਿਧੀ।
आओ हुण दूजी विधि ना देखिए। दूजी विधि बच्चों इदां है, देखो दूजी विधि च असीं इस सिरे तो इस शिखर तक, इस शिखर तो इस शिखर दा जोड़ांगे ते बच्चों की बन गए, ਇਹ दो चतुर्भुज बन गए। देखो 1 2 3 ਤੇ 4 ਭੁਜਾਂ ਵਾਲਾ 1 2 3 ਤੇ 4 ਤੇ ਬੱਚੋ ਦੋਨੋਂ ਚਤੁਰਭੁਜ ਜਿਹੜੇ ਨੇ ਉਹ ਕੀ ਨੇ, ਸਰਵੰਗ ਸਮ, ਭਾਵ ਦੋਨਾਂ ਦਾ ਖੇਤਰਫਲ ਬਰਾਬਰ ਹੋਏਗਾ। ਕਿਉਂਕਿ ਸਾਫ਼ ਪਤਾ ਲੱਗਦਾ, ਦੇਖੋ ਇਹ ਭੁਜਾ ਇਹਦੇ ਬਰਾਬਰ ਹੈ, ਇਹ ਭੁਜਾ ਇਹਦੇ ਬਰਾਬਰ ਹੈ, ਇਹ ਭੁਜਾ ਇਹਦੇ ਬਰਾਬਰ ਹੈ ਤੇ ਇਹ ਭੁਜਾ ਸਾਂਝੀ ਹੈ। ਸੋ ਦੋਨੋਂ ਜਿਹੜੇ ਹੈਗੇ ਨੇ ਚਤੁਰਭੁਜ ਸਰਵੰਗ ਸਮ ਹਨ। ਸੋ ਅਸੀਂ ਸਿਰਫ ਇੱਕ ਚਤੁਰਭੁਜ ਦਾ ਖੇਤਰਫਲ ਕੱਢਾਂਗੇ ਤੇ ਉਹਨੂੰ 2 ਨਾਲ ਗੁਣਾ ਕਰ ਦਾਂਗੇ ਤੇ ਪੂਰੇ 6 ਭੁਜ ਦਾ ਸਾਡੇ ਕੋਲ ਖੇਤਰਫਲ ਆ ਜਾਏਗਾ। ਹੁਣ ਬੱਚੋ ਇਹ ਕਿਸ ਕਿਸਮ ਦਾ ਚਤੁਰਭੁਜ ਬਣਿਆ, ਇਹ ਦੇਖੋ ਇਹ ਜਿਹੜੀ ਭੁਜਾ ਹੈ ਇਹ ਇਹਦੇ ਸਮਾਂਤਰ ਹੈ, ਠੀਕ ਹੈ ਜੀ, ਇਹ ਭੁਜਾ ਇਹਦੇ ਸਮਾਂਤਰ ਹੈ। ਸੋ ਇਸ ਕਰਕੇ ਇਹ ਕਿਹੜਾ ਬਣ ਗਿਆ, ਸਮਲੰਬ ਚਤੁਰਭੁਜ। ਆਓ ਦੇਖੀਏ ਹੁਣ ਇਦਾਂ ਲਿਖਾਂਗੇ, ਇਸ ਵਿਧੀ ਮੁਤਾਬਕ 6 ਭੁਜ ਨੂੰ 2 ਸਰਵੰਗ ਸਮਲੰਬ ਚਤੁਰਭੁਜਾਂ ਵਿੱਚ ਵੰਡਿਆ ਜਾ ਸਕਦਾ ਹੈ ਅਤੇ 6 ਭੁਜ ਦਾ ਖੇਤਰਫਲ ਇੱਕ ਚਤੁਰਭੁਜ ਦੇ ਖੇਤਰਫਲ ਦਾ ਦੁੱਗਣਾ ਹੋਵੇਗਾ। ਆ ਦੇਖੋ ਤੇ ਸਮਾਂਤਰ ਜਿਹੜਾ ਸਮਲੰਬ ਚਤੁਰਭੁਜ ਦੇ ਵਿੱਚ ਸਾਨੂੰ ਪਤਾ ਕਿੱਦਾਂ ਕੱਢੀਦਾ, 1/2 ਗੁਣਾ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਹਨਾਂ ਵਿਚਲੀ ਦੂਰੀ। ਆਓ ਦੇਖੋ ਹੁਣ a ਬਰਾਬਰ 6 ਸੈਂਟੀਮੀਟਰ, ਇੱਕ ਭੁਜਾ ਲੈ ਲਓ a ਇਹ ਵਾਲੀ 6 ਸੈਂਟੀਮੀਟਰ, ਸਮਾਂਤਰ ਭੁਜਾ b ਜਿਹੜੀ ਹੈ ਉਹ 14 ਸੈਂਟੀਮੀਟਰ, ਇਹ 14 ਹੋਏਗੀ। ਦੇਖੋ ਇਹ ਦਿੱਤਾ ਹੋਇਆ ਸਾਨੂੰ 14 ਸੈਂਟੀਮੀਟਰ ਇਹ ਵਾਲੀ। ਸੋ ਇੱਥੋਂ ਦੀ ਲੈ ਕੇ ਇੱਥੇ ਤੱਕ ਇਹ ਭੁਜਾ ਹੋਗੀ 14 ਸੈਂਟੀਮੀਟਰ। ਦੋਨਾਂ ਵਿਚਲੀ ਦੂਰੀ, ਕਿਉਂਕਿ ਇਹ ਬੱਚੋ ਇੱਥੋਂ ਦੀ ਲੈ ਕੇ ਇੱਥੇ ਤੱਕ ਦਿੱਤਾ ਕਿੰਨਾ, 10 ਦਿੱਤਾ ਹੈ, ਤੇ ਫਿਰ ਇਹ ਦੂਰੀ ਜਿਹੜੀ ਹੈ ਇਹ ਦੋਨੋਂ ਬਰਾਬਰ ਹੈਗੀਆਂ ਦੂਰੀਆਂ। ਸੋ ਦੋ ਨਾਲ ਭਾਗ ਕਰ ਦਾਂਗੇ, 10/2 ਬਰਾਬਰ 5 ਸੈਂਟੀਮੀਟਰ। ਸੋ 6 ਭੁਜ ਦਾ ਖੇਤਰਫਲ ਕੀ ਹੋ ਜਾਏਗਾ, 2, ਕਿਉਂ ਇੱਕ ਇਹ ਵਾਲਾ ਚਤੁਰਭੁਜ ਇੱਕ ਇਹ ਵਾਲਾ ਚਤੁਰਭੁਜ। ਸੋ 2 ਗੁਣਾ ਤੇ ਇਹ ਬੱਚੋ ਜਿਹੜਾ ਫਾਰਮੂਲਾ ਸੂਤਰ ਹੈਗਾ ਇਹ ਸਮਲੰਬ ਚਤੁਰਭੁਜ ਦਾ ਸੂਤਰ ਹੈਗਾ 1/2 ਬ੍ਰੈਕਟ ਪਾ ਕੇ a ਜਮਾ b ਦੋਨੋਂ ਸਮਾਂਤਰ ਭੁਜਾਵਾਂ ਦਾ ਜੋੜ ਤੇ ਗੁਣਾ h ਉਹਨਾਂ ਵਿਚਲੀ ਦੂਰੀ। ਸੋ 2 ਨਾਲ 2 ਤੇ ਬੱਚੋ ਕੱਟ ਗਿਆ। ਸੋ ਸਾਡੇ ਕੋਲ ਇਕੱਲਾ ਰਹਿ ਗਿਆ a ਜਮਾ b ਗੁਣਾ h, a ਜਮਾ b ਗੁਣਾ h ਰਹਿ ਗਿਆ। ਸੋ a 6 ਹੈਗਾ, b 14 ਹੈਗਾ ਤੇ ਬ੍ਰੈਕਟ ਪਾ ਕੇ ਗੁਣਾ 5। 6 ਔਰ 14 ਕਿੰਨਾ ਹੁੰਦਾ ਹੈ, 20 ਤੇ 20 ਗੁਣਾ 5, 20 ਪੰਜੇ 100 ਸੈਂਟੀਮੀਟਰ। ਸੋ ਪਹਿਲੀ ਵਿਧੀ ਦੇ ਨਾਲ ਵੀ ਸਾਨੂੰ ਜਵਾਬ ਮਿਲਿਆ 100 ਸੈਂਟੀਮੀਟਰ ਵਰਗ ਤੇ ਹੁਣ ਵੀ ਸਾਡਾ ਜਵਾਬ ਆ ਗਿਆ 100 ਸੈਂਟੀਮੀਟਰ ਵਰਗ। ਆਓ ਬੱਚਿਓ ਹੁਣ ਅਸੀਂ ਅਗਲਾ ਸਵਾਲ ਦੇਖੀਏ। ਸੋ ਅਗਲਾ ਸਵਾਲ ਬੱਚਿਓ ਸਾਡਾ ਕੀ ਹੈ, ਚਿੱਤਰ ਵਿੱਚ ਦਿਖਾਈ 8 ਭੁਜ। ਹੁਣ ਬੱਚਿਓ 8 ਭੁਜਾਵਾਂ ਵਾਲਾ ਆ ਗਿਆ, 1 2 3 4 5 6 7 ਤੇ 8, ਠੀਕ ਹੈ। ਸੋ 8 ਭੁਜਾਵਾਂ ਦਾ ਬੱਚਿਓ ਜਿਹੜੀ ਮਾਪ ਇੱਕੋ ਹੀ ਹੈ, 5-5 ਸੈਂਟੀਮੀਟਰ ਹੈਗਾ, ਠੀਕ ਹੈ। ਸੋ ਦਾ ਖੇਤਰਫਲ ਪਤਾ ਕਰੋ ਤੇ ਬਸ ਇੰਨਾ ਹੀ ਲਿਖਿਆ ਉਹਨੇ। ਸੋ ਆਓ ਸ਼ੁਰੂ ਕਰਦੇ ਹਾਂ। ਦਿੱਤੇ 8 ਭੁਜ ਨੂੰ 2 ਸਰਵੰਗ ਸਮਲੰਬ ਚਤੁਰਭੁਜਾਂ ਅਤੇ ਇੱਕ ਆਇਤ ਵਿੱਚ ਵੰਡਿਆ ਜਾ ਸਕਦਾ ਹੈ। ਇਹ ਦੇਖੋ ਇੱਕ ਤੇ ਇਹਨਾਂ ਨੇ ਸਾਨੂੰ ਹਿੰਟ ਦੇ ਦਿੱਤੀ, ਇਹ ਕਿਤਾਬ ਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਜੋੜਿਆ ਹੋਇਆ। ਤੇ ਅਗਲਾ ਬੱਚੋ ਮੈਂ ਇਸ ਸ਼ਿਖਰ ਨੂੰ ਇਸ ਸ਼ਿਖਰ ਨਾਲ ਜੋੜ ਦਾਂਗਾ। ਤੇ ਹੁਣ ਬੱਚੋ ਇਹ ਕੀ ਬਣ ਗਿਆ ਮੇਰੇ ਕੋਲ, ਇੱਕ ਇਹ ਬਣ ਗਿਆ ਆਇਤ, ਇੱਕ ਤੇ ਆਇਤ ਬਣ ਗਿਆ, ਇਹਦੀ ਮੇਰੇ ਕੋਲ ਲੰਬਾਈ ਵੀ ਆ ਗਈ ਤੇ ਚੌੜਾਈ ਦਿੱਤੀ ਹੋਈ ਹੈ, ਠੀਕ ਹੈ ਨਾ। ਹੁਣ ਬੱਚੋ ਇੱਕ ਇਹ ਬਣ ਗਿਆ ਤੁਹਾਡਾ ਚਤੁਰਭੁਜ ਜੋ ਕਿ ਸਮਲੰਬ ਹੈ, ਜਿਹਦੇ ਵਿੱਚ ਇਹ ਭੁਜਾ ਇਸ ਭੁਜਾ ਦੇ ਸਮਾਂਤਰ ਹੈਗੀ ਹੈ, ਠੀਕ ਹੈ। ਇਸੇ ਤਰ੍ਹਾਂ ਇਹਦੀ ਟੱਕਰ ਤੇ ਇਹਦਾ ਸਰਵੰਗ ਸਮ ਚਤੁਰਭੁਜ ਸਮਲੰਬ ਚਤੁਰਭੁਜ ਇਹ ਬਣ ਗਿਆ, ਕਿਉਂਕਿ ਇਹ ਵੀ 5 ਇਹ ਵੀ 5 ਇਹ ਵੀ 5 ਇੱਥੇ ਇਹ ਵੀ 5 ਇਹ ਵੀ 5 ਇਹ ਵੀ 5, ਇਹਨਾਂ ਜਿੰਨੀ ਉਚਾਈ ਇਹਦੀ ਹੈਗੀ ਹੈ ਇੰਨੀ ਉਚਾਈ ਇਹਦੀ ਹੋਏਗੀ। ਸੋ ਦੋਨੋਂ ਬੱਚੋ ਇਹ ਜਿਹੜੇ ਚਤੁਰਭੁਜ ਬਣੇ ਨੇ, ਇੱਕ ਹੈ ਉੱਪਰ ਤੇ ਇੱਕ ਹੈ ਥੱਲੇ, ਇਹ ਦੋਨੋਂ ਸਰਵੰਗ ਸਮ ਨੇ। ਸੋ ਅਸੀਂ ਇੱਕ ਚਤੁਰਭੁਜ ਦਾ ਖੇਤਰਫਲ ਲੈ ਕੇ ਉਹਨੂੰ 2 ਨਾਲ ਗੁਣਾ ਕਰ ਦਾਂਗੇ ਤੇ ਸਾਡੇ ਕੋਲ ਦੋਨੋਂ ਚਤੁਰਭੁਜਾਂ ਦਾ ਜਿਹੜੇ ਸਮਲੰਬ ਚਤੁਰਭੁਜ ਨੇ ਇਹਨਾਂ ਦਾ ਖੇਤਰਫਲ ਆ ਜਾਏਗਾ ਤੇ ਉਹਦੇ ਵਿੱਚ ਅਸੀਂ ਆਇਤ ਦਾ ਜਿਹੜਾ ਖੇਤਰਫਲ ਜੋੜ ਦੇਵਾਂਗੇ ਤੇ ਸਾਡੇ ਕੋਲ 8 ਭੁਜ ਦਾ ਖੇਤਰਫਲ ਆ ਜਾਏਗਾ। ਹੁਣ ਪਹਿਲੇ ਆਇਤ ਦਾ ਦੇਖੀਏ। ਆਇਤ ਦੀ ਲੰਬਾਈ ਬਰਾਬਰ 12 ਸੈਂਟੀਮੀਟਰ ਦਿੱਤੀ ਹੋਈ ਹੈ ਇਹਨਾਂ ਨੇ, ਤੇ ਆਇਤ ਦੀ ਚੌੜਾਈ ਬਰਾਬਰ 5 ਸੈਂਟੀਮੀਟਰ ਜੋ ਕਿ 8 ਭੁਜ ਦੀ ਭੁਜਾ ਹੈਗੀ ਉਹ ਚੌੜਾਈ ਹੋ ਗਈ। ਸੋ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ ਬਰਾਬਰ 12 ਗੁਣਾ 5 ਬਰਾਬਰ 60 ਸੈਂਟੀਮੀਟਰ ਵਰਗ। ਲਓ ਜੀ ਇਹ ਤੇ ਆ ਗਿਆ ਸਾਡੇ ਕੋਲ 60 ਸੈਂਟੀਮੀਟਰ ਵਰਗ, ਠੀਕ ਹੈ। ਇਹ ਹੁਣ ਚੇਤਾ ਰੱਖਣਾ ਅਸੀਂ 60 ਜੋੜਨਾ ਅੱਗੇ ਜਾ ਕੇ। ਆਓ ਦੇਖੀਏ ਹੁਣ ਦੋ ਜਿਹੜੇ ਆਪਣੇ ਸਮਲੰਬ ਚਤੁਰਭੁਜ ਨੇ। ਹੁਣ ਦੋਨਾਂ ਸਮਲੰਬ ਚਤੁਰਭੁਜਾਂ ਵਿੱਚ ਦੋਨਾਂ ਵਿੱਚ ਕਿਉਂਕਿ ਉਹ ਸਰਵੰਗ ਸਮ ਨੇ, ਸਮਾਂਤਰ ਭੁਜਾ A ਬਰਾਬਰ 12 ਸੈਂਟੀਮੀਟਰ, ਇਹ 12 ਸੈਂਟੀਮੀਟਰ ਤੇ ਸਮਾਂਤਰ ਭੁਜਾ B ਬਰਾਬਰ 5 ਸੈਂਟੀਮੀਟਰ 5 ਸੈਂਟੀਮੀਟਰ। ਇਸੇ ਤਰ੍ਹਾਂ ਇਹ ਵੀ 12 ਤੇ ਇਹ ਵੀ 5, ਠੀਕ ਹੈ। ਇੱਕ A ਤੇ ਇੱਕ B ਹੋਵੇ। ਦੋਨਾਂ ਵਿਚਲੀ ਦੂਰੀ H ਬਰਾਬਰ 4 ਸੈਂਟੀਮੀਟਰ,
ਇਹ ਵੀ 4 ਹੋਏਗੀ ਤੇ ਇਹ ਵੀ 4 ਹੋਏਗੀ। ਦੋਵੇਂ ਸਮਲੰਬ ਚਤੁਰਭੁਜਾਂ ਦਾ ਖੇਤਰਫਲ ਕੀ ਹੋ ਜਾਏਗਾ 2, ਕਿਉਂ 2 ਆ ਗਏ ਨੇ, 2 ਗੁਣਾ 1/2 a ਜਮਾ b ਗੁਣਾ h। ਸੋ 2 ਨਾਲ 2 ਤੇ ਕੱਟ ਗਿਆ, ਸੋ ਕੱਲਾ ਰਹਿ ਗਿਆ a ਜਮਾ b ਬ੍ਰੈਕਟ ਪਾ ਕੇ ਗੁਣਾ h। ਹੁਣ ਇਹਨਾਂ ਦਾ ਮੁੱਲ ਭਰ ਦਿੰਦੇ ਆ, a ਹੈਗਾ 12, b ਹੈਗਾ ਤੁਹਾਡਾ 5 ਤੇ h ਹੈਗਾ 4। ਸੋ 12 ਜਮਾ 5 ਕਿੰਨਾ ਹੁੰਦਾ 17। ਸੋ 17 ਗੁਣਾ 4 ਕਿੰਨਾ ਹੋ ਗਿਆ 68 ਸੈਂਟੀਮੀਟਰ ਸਕੁਆਇਰ। ਸੋ ਬੱਚਿਓ ਜਿਹੜੇ ਹੈਗੇ ਨੇ ਸਮਲੰਬ ਚਤੁਰਭੁਜ ਦੋ ਨੇ, ਇਹ ਦੋਨਾਂ ਦਾ ਖੇਤਰਫਲ ਆ ਗਿਆ 68 ਸੈਂਟੀਮੀਟਰ ਵਰਗ। ਠੀਕ ਹੈ। ਸੋ ਅਠਭੁਜ ਦਾ ਖੇਤਰਫਲ ਕਿੰਨਾ ਹੋ ਜਾਏਗਾ, ਖੇਤਰਫਲ ਆਇਤ ਜਮਾ ਖੇਤਰਫਲ ਦੋਵੇਂ ਸਮਲੰਬ ਚਤੁਰਭੁਜ। ਸੋ ਆਇਤ ਦਾ ਖੇਤਰਫਲ ਅਸੀਂ ਕੱਢਿਆ ਸੀ 60 ਤੇ ਇਹ ਦੋ ਸਮਲੰਬ ਚਤੁਰਭੁਜਾਂ ਦਾ ਖੇਤਰਫਲ ਆਇਆ ਸਾਡੇ ਕੋਲ 68, ਜਿਹੜੇ ਜੋੜਿਆ ਤੇ ਬਣ ਗਿਆ 128 ਸੈਂਟੀਮੀਟਰ ਵਰਗ। ਇਹ ਹੋ ਗਿਆ ਬੱਚੋ ਇਸ ਅਠਭੁਜ ਦਾ ਖੇਤਰਫਲ। ਸੋ ਬੱਚੋ ਬੜੇ ਹੀ ਰੋਚਕ ਸਵਾਲ ਸੀਗੇ, ਬੜੇ ਵਿਵਹਾਰਿਕ ਪ੍ਰੈਕਟੀਕਲ ਕਿਸਮ ਦੇ ਸਵਾਲ ਸੀਗੇ। ਸੋ ਇਹ ਤੇ ਮੈਂ ਕਹਾਂਗਾ ਵੀ ਇਹਨਾਂ ਉਸਾਰੀ ਦੇ ਕੰਮਾਂ ਵਿੱਚ, ਕੰਸਟਰਕਸ਼ਨ ਦੇ ਕੰਮ ਦੇ ਵਿੱਚ, ਆਰਕੀਟੈਕਚਰ ਵਿੱਚ, ਨਕਸ਼ਾ ਨਵੀਸੀ ਦੇ ਵਿੱਚ, ਇੰਜੀਨੀਅਰਿੰਗ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ। ਸੋ ਤੁਸੀਂ ਇਹਨਾਂ ਨੂੰ ਸਵਾਲਾਂ ਨੂੰ ਚੰਗੀ ਤਰ੍ਹਾਂ ਗੰਭੀਰਤਾ ਦੇ ਨਾਲ ਇਹਨਾਂ ਦਾ ਅਭਿਆਸ ਕਰਨਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡੇ ਅਭਿਆਸ ਨੰਬਰ 9.3 ਦੇ ਤੀਜਾ ਔਰ ਚੌਥਾ ਸਵਾਲ। ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।